औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तकीन अस्सलातु वस्सलामु अला रसूलिल करीम। दोस्तों अस्सलाम वालेकुम। डॉक्टर नसीर काल हाज़िर CNP न्यूज़ तो। दोस्तों ਅਸੀਂ बहुत अरसे तो तकरीबन डेढ़ महीना हो गया, 2 महीने हो ਚੱਲੇ ਨੇ शायद। ਅਸੀਂ ਇੱਕੋ ਟਾਪਿਕ ਤੇ ਗੱਲ ਕਰ ਰਹੇ ਸਾਂ, ईरान ਦੀ ਜੰਗ, ਅਮਰੀਕਾ ਦੀ ਜੰਗ, ईरान ਕੀ ਕਰ ਰਿਹਾ, ਅਮਰੀਕਾ ਕੀ ਕਰ ਰਿਹਾ, ਇਸਰਾਈਲ ਕੀ ਕਰ ਰਿਹਾ, खलीजी मुल्क की कर वगैरह वगैरह। लेकिन असी अपने पाकिस्तान के एक बहुत बड़े और बहुत खतरनाक इशू भुल गए सां बिल्कुल, और उत्ते रोशनी नहीं पा सकिया, मैं उत्ते गल नहीं कर सकिया, उत्ते कुछ मालूमात नहीं दे सकिया या ना। लेकिन ਉਹਦੇ ਤੇ ਇੰਨਾ ਹੀ ਜ਼ਰੂਰੀ ਆ ਜਿਹੜਾ ਮੈਡੀਕਲੀ ਬੜਾ ਇੰਪੋਰਟੈਂਟ, ਸੋਸ਼ਲੀ ਬੜਾ ਇੰਪੋਰਟੈਂਟ, ਉਹ ਹੈ एड्स। अच्छा, मैं ना चंद दिनों तो देख रहा था इस्लामाबाद के अंदर बहुत सारे यंग्स यानी स्टूडेंट्स, कुड़ियां मुंडे ਜਿਹੜੇ ਹੈ ਨੇ ਦਾ ਕਾਲਜਾਂ ਯੂਨੀਵਰਸਿਟੀਆਂ ਦੇ, ਉਹਨਾਂ 'ਚ ਇੱਕ ਬਹੁਤ ਬੜਾ ਇਸ਼ੂ ਆ ਰਿਹਾ ਸੀ ਕਿ ਉਹ ਏਡਸ ਦਾ ਸ਼ਿਕਾਰ ਹੋ ਰਹੇ ਨੇ, HIV ਪੋਜ਼ਿਟਿਵ ਆ ਰਹੇ ਨੇ। ਅੱਛਾ, ਉਸ ਤੋਂ ਇਲਾਵਾ ਇੱਕ ਚੰਦ ਦਿਨ ਤੋਂ ਖਬਰ ਚੱਲ ਰਹੀ ਸੀ ਕਿ ਤੌਂਸਾ ਤੌਂਸਾ ਇੱਕ ਤਹਿਸੀਲ ਹੈ, ਡਿਸਟ੍ਰਿਕਟ ਮੇਰਾ ਖਿਆਲ ਡੇਰਾ ਗਾਜ਼ੀ ਖਾਨ ਦੀ ਸ਼ਾਇਦ, ਉੱਥੇ ਦਾ ਇੱਕ ਰਿਪੋਰਟ ਛਾਇਆ ਹੋਈ BBC 'ਚ ਕਿ ਉੱਥੇ ਬਹੁਤ ਜ਼ਿਆਦਾ ਕੇਸ ਯਾਨੀ 300-400 ਕੇਸ ਪੋਜ਼ਿਟਿਵ ਜਿਹੜੇ ਉਹ ਨਿਕਲ ਆਏ ਨੇ ਇੱਕ ਛੋਟੇ ਜਿਹੇ ਇਲਾਕੇ 'ਚੋਂ। ਅੱਛਾ, ਉਹਦੇ 'ਚ ਕੁਝ ਸਰਵੇ ਹੋਇਆ, ਕੁਝ ਉੱਤੇ ਇਨਕੁਆਇਰੀ ਹੋਈ, ਕੁਝ ਉੱਤੇ ਤਹਿਕੀਕਾਤ ਹੋਈ ਇਸਲਾਮਾਬਾਦ, ਫਿਰ ਉਹ ਦੇਖਿਆ ਗਿਆ। ਉਸ ਤੋਂ ਬਾਅਦ ਬਾਕੀ ਵੀ ਸੂਬਿਆਂ 'ਚ, ਇਹ ਨਹੀਂ ਕਿ ਸਿਰਫ ਇਸਲਾਮਾਬਾਦ ਔਰ ਇਸ ਜਗ੍ਹਾ ਤੇ ਆ, ਬਲਕਿ ਇਹ ਬਹੁਤ ਸਾਰੇ ਇਲਾਕਿਆਂ ਦੇ ਅੰਦਰ ਇਹ ਪ੍ਰੀਵੇਲ ਕਰ ਰਿਹਾ, ਇਹ ਔਰ ਇਸੇ ਤਰ੍ਹਾਂ ਹੀ ਪ੍ਰੀਵੇਲ ਕਰ ਰਿਹਾ ਕਿ ਦਿਨ ਬ ਦਿਨ ਇਹ ਜਿਹੜੇ ਵੱਧਦੇ ਜਾ ਰਹੇ ਨੇ। ਲਾਹੌਰ 'ਚ ਵੀ ਡੈਫੀਨੇਟਲੀ ਹੋਣਗੇ, ਅਗਰ ਲਾਹੌਰ 'ਚ ਇਨਕੁਆਇਰੀ ਸ਼ੁਰੂ ਹੋ ਜਾਏ, ਤਹਿਕੀਕਾਤ ਹੋ ਜਾਣ, ਲਾਹੌਰ 'ਚੋਂ ਹੀ ਬਹੁਤ ਕੁਝ ਨਿਕਲ ਆਏਗਾ। ਉਹਦੀ ਵਜ੍ਹਾ ਇੱਕ ਕਿ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਨੇ ਉਹ ਬਹੁਤ ਸਾਰੇ ਨਸ਼ੇ ਕਰਦੇ ਨੇ, ਔਰ ਆਪਣਾ ਨਸ਼ਾ ਕਰਨ ਦੀ ਖਾਤਰ ਜਾਂ ਨਸ਼ਾ ਕਰਨ ਵਾਸਤੇ ਆਪਣੇ ਜਿਸਮ ਨੂੰ ਵੀ ਇਸਤੇਮਾਲ ਕਰਦੇ ਨੇ, ਜਿਹਨੂੰ ਕਹਿੰਦੇ ਅਸੀਂ ਜਿਨਸੀ ਬੇਰਾਹਰਵੀ ਦੇ ਮਤਲਬ ਕੰਮ ਕਰਦੇ ਨੇ, ਜਿਹਦੀ ਵਜ੍ਹਾ ਤੋਂ ਆਮ ਤੌਰ ਤੇ ਇੱਕ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਤੀਸਰੇ ਤੋਂ ਚੌਥਾ, ਚੌਥੇ ਤੋਂ ਪਹਿਲਾ, ਪਹਿਲੇ ਤੋਂ ਫਿਰ ਦੂਸਰਾ, ਚੌਥਾ, ਔਰ ਇੱਕ ਮਲਟੀਪਲ ਜਿਹੜਾ ਹੈ ਨਾ ਇਹ ਸਰਕੂਲੇਸ਼ਨ ਚੱਲ ਰਹੀ ਆ, ਔਰ ਇੱਕ ਦੂਸਰੇ ਇਸ ਤਰ੍ਹਾਂ ਸਰਕੂਲੇਟ ਹੀ ਹੋ ਰਿਹਾ ਬਾਰ-ਬਾਰ ਕਿ, ਔਰ ਦੇਖਿਆ ਗਿਆ ਕਿ ਇਹ ਜ਼ਿਆਦਾ ਵਾ ਔਰ ਲਿਆ ਜਾਂਦਾ ਕਿ ਮਰਦ ਜਾਂ ਤੇ ਨਸ਼ਈ ਜ਼ਿਆਦਾ ਨੇ, ਜਾਂ ਮਰਦਾਂ ਤੋਂ ਮੁਰਾਦ ਯੰਗ ਲੜਕੇ, ਜਾਂ ਤੇ ਉਹ ਨਸ਼ਈ ਜ਼ਿਆਦਾ ਨੇ, ਜਾਂ ਉਹ ਸੈਕਸ਼ੂਅਲੀ ਬੇਰਾਹਵੀ ਚ ਜ਼ਿਆਦਾ ਮੁਲਵਸ ਨੇ ਬਨਿਸਬਤ ਲੜਕੀਆਂ ਦੇ। ਅੱਛਾ, ਤੀਸਰੀ ਵਜ੍ਹਾ ਜਿਹੜੀ ਇਹਦੇ ਚ ਆਈ ਹੈ, ਬਹੁਤ ਅਹਿਮ ਵਜ੍ਹਾ ਹੈ, ਜਿਹੜੀ ਤੌਸਾ ਸ਼ਰੀਫ ਚ ਜਾਂ ਇੱਧਰ ਜਿਹੜਾ ਮੈਂ ਅਰਜ਼ ਕਰ ਰਿਹਾ ਸਾਂ ਕਿ ਉੱਥੇ ਬਹੁਤ ਸਾਰੇ ਬੱਚੇ ਜਿਹੜੇ ਉਹ ਡਾਇਗਨੋਜ਼ ਹੋਏ ਨੇ, ਬਹੁਤ ਸਾਰੇ ਵੱਡੇ ਵੀ ਡਾਇਗਨੋਜ਼ ਹੋਏ ਨੇ, ਜਿਨ੍ਹਾਂ ਚ ਬੱਚਿਆਂ ਦੇ ਬਹੁਤ ਸ਼ਾਮਲ ਨੇ। ਉਹਦੀ ਵਜ੍ਹਾ ਸਾਹਮਣੇ ਇਹ ਆਈ ਹੈ ਕਿ ਮਲਟੀਪਲ ਇੰਜੈਕਟੇਬਲ, ਇੱਕ ਸਿਰਿੰਜ ਨਾਲ ਮਲਟੀਪਲ ਇੰਜੈਕਸ਼ਨਸ, ਕਿ ਇੱਕ ਹੀ ਸਿਰਿੰਜ ਨਾਲ 10-15 ਬੰਦਿਆਂ ਨੂੰ ਟੀਕੇ ਠੋਕੀ ਤੁਰੇ ਜਾਂਦੇ ਨੇ। ਹਾਲਾਂਕਿ ਮੈਂ ਹੈਰਾਨ ਹੋਇਆ ਇਸ ਗੱਲ ਤੇ ਕਿ ਆਟੋਲਾਕਸ ਸਿਰਿੰਜਾਂ ਆ ਗਈਆਂ ਨੇ ਔਰ ਦੂਸਰੇ ਸਿਰਿੰਜਾਂ ਤੇ ਮਿਲਦੀਆਂ ਹੀ ਨਹੀਂ ਗੀਆਂ, ਇਹ ਫਿਰ ਇਹਦਾ ਮਤਲਬ ਚੋਰੀ ਛੁਪੇ ਹੋਏ ਸਿਰਿੰਜਾਂ ਬਣ ਰਹੀਆਂ ਨੇ ਜਿਹੜੀ ਆਟੋਲਾਕ ਨਹੀਂ ਆ। ਔਰ ਹੈਰਾਨਗੀ ਦੀ ਗੱਲ ਹੈ, ਇੱਕ ਜ਼ਮਾਨੇ ਵਿੱਚ ਸ਼ੀਸ਼ੇ ਦੀਆਂ ਸਿਰਿੰਜਾਂ ਆਉਂਦੀਆਂ ਸੀ ਜਿਹਨੂੰ ਲੋਕ ਧੋ ਕੇ ਗਰਮ ਪਾਣੀ ਚ ਉਬਾਲ ਕੇ ਦੁਬਾਰਾ ਇਸਤੇਮਾਲ ਕਰ ਲੈਂਦੇ ਸੀ। ਲੇਕਿਨ ਜਿਉਂ-ਜਿਉਂ ਇਨਫੈਕਸ਼ੀਅਸ ਟ੍ਰੈਂਡ ਜ਼ਿਆਦਾ बढ़िया, ਜਿਉਂ-ਜਿਉਂ ਇਨਫੈਕਸ਼ਨ ਜ਼ਿਆਦਾ ਖਤਰਨਾਕ ਕਿਸਮ ਦੀਆਂ ਆ ਗਈਆਂ ਤੇ ਉਹ ਬੰਦ ਹੋ ਗਈ, ਖਤਮ ਕਰਕੇ ਤੇ ਡਿਸਪੋਜ਼ੇਬਲ ਸਿਰਿੰਜ ਆਈ ਹੈ ਕਿ 1 ਪੇਸ਼ੈਂਟ 1 ਸਿਰਿੰਜ। ਅੱਛਾ, ਹੁਣ ਜਦੋਂ ਮੈਂ ਸੁਣਿਆ ਕਿ ਇੱਕ ਸਿਰਿੰਜ ਤੋਂ ਜ਼ਿਆਦਾ ਮਰੀਜ਼ਾਂ ਨੂੰ ਇਸਤੇਮਾਲ ਹੁੰਦਾ, ਮੈਂ ਬੜਾ ਹੈਰਾਨ ਹੋਇਆ, ਕਿਉਂਕਿ ਹੁਣ ਤੇ ਸਿਸਟਮ ਇਹ ਆ ਗਿਆ ਕਿ 1 ਸਿਰਿੰਜ 1 ਪ੍ਰਿਕ, ਇੱਕ ਸਿਰਿੰਜ ਦਾ ਇੱਕ ਹੀ ਲੱਗਦਾ, ਵਗੈਰਾ ਲਾਕ ਹੋ ਜਾਂਦੀ ਆ। ਚਲੋ ਬੜਾ ਤੁਸੀਂ ਕਰ ਲਓ, ਬੜਾ ਰਿਲੈਕਸੇਸ਼ਨ ਕਰ ਲਓ, ਇੱਕ ਸਿਰਿੰਜ ਨਾਲ ਕਮ ਤੋਂ ਕਮ ਤੁਸੀਂ 2 ਟੀਕੇ ਲਗਾ ਸਕਦੇ ਹੋ। ਫਰਜ਼ ਕਰੋ ਜ਼ਿਆਦਾ ਤੋਂ ਜ਼ਿਆਦਾ 2 ਟੀਕੇ ਲਗਾ ਲੈਂਦੇ ਕਿ ਉਹਨੂੰ ਲਾਕ ਨਾ ਹੋਣ ਦਿਓ, ਤੇ ਉਹ ਫਿਰ ਵੀ ਇੱਕ ਮਰੀਜ਼ ਨੂੰ ਲੱਗ ਸਕਦਾ, ਦੂਸਰੇ ਦੇ ਇਸਤੇਮਾਲ ਨਹੀਂ ਹੁੰਦੀ। ਔਰ ਤੀਸਰਾ, ਸਾਡਾ ਜਿਹੜਾ ਵੇਸਟ ਮੈਨੇਜਮੈਂਟ ਆ ਉਹ ਬੜਾ ਸਟ੍ਰਿਕਟ ਹੈ ਇਹਦੇ ਮਾਮਲੇ 'ਚ ਕਿ ਵੇਸਟੇਜ ਜਿਤਨੀ ਹੋ ਰਹੀ ਹੈ ਇਨਫੈਕਸ਼ੀਅਸ ਮੈਟੀਰੀਅਲ ਦੀ ਔਰ ਜਿਹਨਾਂ ਡਿਸਪੋਜ਼ੇਬਲਸ ਦੀ, ਉਹਦੇ 'ਚ ਬੜਾ ਸਖਤੀ ਆ ਕਿ ਅਸੀਂ ਮਹੀਨੇ ਬਾਅਦ ਜਾਂ ਅਸੀਂ ਹਫਤੇ ਬਾਅਦ ਜਾਂ ਅਸੀਂ 3 ਦਿਨ ਤੋਂ ਬਾਅਦ ਜਿੰਨਾ ਵੀ ਵੇਸਟ ਇਕੱਠਾ ਹੁੰਦਾ ਉਹ ਇਨਸਨਰੇਸ਼ਨ ਵਾਸਤੇ ਭਿਜਵਾ ਦਿੰਦੇ ਆ। ਤੇ ਕਿਸ ਤਰ੍ਹਾਂ ਲੋਕ ਇਸਤੇਮਾਲ ਕਰਦੇ ਆ, ਬੜੀ ਹੈਰਾਨਗੀ ਦੀ ਗੱਲ ਹੋਈ ਜਦੋਂ ਉਹ BBC ਨੇ ਉੱਤੇ ਰਿਪੋਰਟ ਤਿਆਰ ਕੀਤੀ। ਉਹਦੇ 'ਚ ਇਹ ਪਤਾ ਲੱਗਿਆ ਕਿ ਉੱਥੇ THQ ਜਿਹੜਾ ਤੌਂਸਾ ਸੀ ਜਾਂ ਬਾਕੀ ਜਿਹੜੇ ਉੱਥੇ ਇੰਸਟੀਟਿਊਸ਼ਨ ਪ੍ਰਾਈਵੇਟ ਸਨ ਜਾਂ ਕੋਈ ਸਰਕਾਰੀ ਸਨ,
ਉਹ ਪਰਸਨ ਦੇ ਪੇਸ਼ੈਂਟ ਦੇ ਉੱਪਰ ਸਰਿੰਜਾਂ ਇੱਕ ਹੀ ਸਰਿੰਜ ਇਸਤੇਮਾਲ ਕਰ ਰਹੇ ਸੀ, ਜਿਹਦੀ ਵਜ੍ਹਾ ਤੋਂ ਇੱਕ ਜਿਹੜਾ ਆਈਵੀ ਦਾ HIV ਦਾ ਕੇਸ ਆ ਉਹ ਸਪਰੈਡ ਹੋ ਕੇ ਬਾਰ-ਬਾਰ ਦੂਸਰਿਆਂ ਨੂੰ ਜਾ ਰਿਹਾ ਸੀ। ਅੱਛਾ, ਕੁਝ ਬੱਚਿਆਂ ਦੇ ਅੰਦਰ ਇਹ ਤੇ ਚਾਂਸਸ ਹੁੰਦੇ ਨੇ ਕਿ ਉਹ ਅਗਰ ਮਾਂ ਉਹਨਾਂ ਦੀ HIV ਪੋਜ਼ਿਟਿਵ ਆ ਤੇ ਬੱਚਿਆਂ ਤੇ ਉਹ ਚਲੀ ਜਾਂਦੀ ਆ, ਦੂਸਰੇ ਵਾਇਰਸ ਚਲੇ ਜਾ ਸ਼ਿਫਟ ਹੋ ਜਾਂਦਾ ਇਹਨੂੰ। ਤੇ ਦੂਸਰੀ ਆਮ ਤੌਰ ਤੇ ਵਜ੍ਹਾ ਜਿਹੜੀ ਹੁੰਦੀ ਸੀ ਕਿ ਅਗਰ HIV ਮੇਲ ਆ ਜਾਂ ਫੀਮੇਲ ਆ ਤੇ ਕਪਲ ਦੇ ਅੰਦਰ ਇਹ ਦੂਸਰੇ ਚ ਚਾਂਸਸ ਹੁੰਦੇ ਸੀ ਜ਼ਿਆਦਾ ਜਾਣ ਦਾ। ਖਸੂਸਨ ਔਰਤਾਂ ਜ਼ਿਆਦਾ ਇਫੈਕਟਡ ਹੁੰਦੀਆਂ ਸੀ ਬਨਿਸਬਤ ਮਰਦਾਂ ਦੇ। ਲੇਕਿਨ ਹੁਣ ਤੇ ਬਿਲਕੁਲ ਅਜੀਬੋ-ਗਰੀਬ ਹੀ ਤਮਾਸ਼ਾ ਬਣ ਗਿਆ ਕਿ ਲੜਕੇ ਜ਼ਿਆਦਾ ਇਨਫੈਕਟਡ ਹੋ ਰਹੇ ਨੇ ਔਰ ਲੜਕੀਆਂ ਥੋੜੀਆਂ ਨੇ। ਉਹਦੀ ਵਜ੍ਹਾ ਮੇਨ ਵਜ੍ਹਾ ਇਹ ਹੀ ਆ ਕਿ ਬਹਿਰਹਾਲ ਵਿੱਚ ਜਾਂ ਤੇ ਲੜਕੇ ਜ਼ਿਆਦਾ ਇਨਵੋਲਵ ਨੇ ਜਾਂ ਨਸ਼ੇ ਦੇ ਵਿੱਚ ਜ਼ਿਆਦਾ ਇਨਵੋਲਵ ਨੇ, ਔਰ ਨਸ਼ਾ ਪੂਰਾ ਕਰਨ ਵਾਸਤੇ ਜਾਂ ਬਾਕੀ ਜੋ ਵੀ ਤਾਲੁਕਾਤ ਨੇ ਉਹਦੇ ਵਾਸਤੇ ਹੋਮੋਸੈਕਚੁਅਲਿਟੀ ਜਾਂ ਹੈਟਰੋਸੈਕਚੁਅਲਿਟੀ ਜਾਂ ਨਾਰਕੋਟਿਕਸ ਯੂਜ਼ ਜਾਂ ਡਰੱਗਸ ਯੂਜ਼ ਜੋ ਵੀ ਹੈ, ਬੜੇ ਸਾਰੇ ਮਾਮਲਾਤ ਨੇ ਜਿਹਦੀ ਵਜ੍ਹਾ ਤੋਂ ਇਹ ਚੀਜ਼ ਫੈਲ ਰਹੀ ਆ। ਔਰ ਮੈਂ ਹੈਰਾਨ ਇਹ ਆ ਕਿ ਸਾਡੀ ਗਵਰਨਮੈਂਟ ਇਹਨਾਂ ਸਾਰੀਆਂ ਚੀਜ਼ਾਂ ਤੋਂ ਅੱਖਾਂ ਬੰਦ ਕਰਕੇ ਬੈਠੀ ਆ। ਉਹਨਾਂ ਨੂੰ ਇੱਕੋ ਹੀ ਕੰਮ ਆ ਕਿ ਇਸ਼ਤਿਹਾਰ ਲਗਾਈ ਜਾਓ ਔਰ ਲੋਕਾਂ ਦੀ ਅੱਖਾਂ 'ਚ ਮਿੱਟੀ ਪਾਈ ਜਾਓ ਔਰ ਆਪਣੀ ਲੁੱਟਮਾਰ ਮਚਾਈ ਜਾਓ, ਜਹਾਜ਼ਾਂ ਤੇ ਫਿਰੀ ਜਾਓ, ਸੈਰੋ ਤਫਰੀਆਂ ਕਰੀ ਜਾਓ, ਕੌਮ ਜਾਏ ਜਹੰਨਮ। ਅੱਲਾਹ ਹਾਫਿਜ਼, अस्सलाम वालेकुम।